ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕੈਨੇਡਾ ਤੋਂ ਰਿਫਿਊਜ਼ਲਸ ਆ ਰਹੀਆਂ, ਉਹਨਾਂ ਨੂੰ ਲੈ ਕੇ ਸਾਰੇ ਸਟੂਡੈਂਟਸ ਬਹੁਤ ਪਰੇਸ਼ਾਨ ਨੇ। ਪਰ ਇਹਦੇ ਵਿੱਚ ਇੱਕ ਟ੍ਰੈਂਡ ਹੈ, ਕੁਝ ਪ੍ਰੋਫਾਈਲਸ ਉਹ ਨੇ ਜਿਹੜੀਆਂ ਬਹੁਤ ਵਧੀਆ ਨੇ ਫਿਰ ਵੀ ਰਿਫਿਊਜ਼ਲ ਆਈ ਹੈ, ਤੇ ਕੁਝ ਪ੍ਰੋਫਾਈਲਸ ਉਹ ਨੇ ਜਿਹੜੀਆਂ ਐਵਰੇਜ ਨੇ ਉਹਨਾਂ ਨੂੰ ਰਿਫਿਊਜ਼ਲ ਆਈ ਹੈ। ਸੋ ਇਹ ਦੋਨਾਂ ਤੋਂ ਕੀ ਸਮਝਿਆ ਜਾ ਸਕਦਾ ਹੈ, ਕੀ ਟ੍ਰੈਂਡ ਹੈ? ਜਿਹੜੇ ਬਹੁਤ ਵਧੀਆ ਪ੍ਰੋਫਾਈਲ ਨੇ ਉਹਨਾਂ ਨੂੰ ਰਿਫਿਊਜ਼ਲਸ ਕਿਉਂ ਆਈ, ਜਿਹੜੇ ਐਵਰੇਜ ਨੇ ਉਹ ਸਮਝੇ ਜਾ ਸਕਦੇ ਨੇ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਜੀ, ਸਵਾਗਤ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਬਹੁਤ ਵਧੀਆ ਪ੍ਰੋਫਾਈਲਸ ਦੇ ਵੀ ਰਿਫਿਊਜ਼ਲ ਆਏ ਨੇ, ਐਵਰੇਜ ਦੇ ਵੀ ਆਏ ਨੇ, ਕਦੇ ਐਵਰੇਜ ਵੀ ਨਿਕਲ ਜਾਂਦੇ ਹੁੰਦੇ ਸੀਗੇ ਇੱਕ ਚ 5.5 ਵਾਲੇ। ਹੁਣ ਜਿਹੜੇ ਬਹੁਤ ਵਧੀਆ ਪ੍ਰੋਫਾਈਲਸ ਨੇ ਉਹਦੇ ਤੋਂ ਗੱਲ ਸ਼ੁਰੂ ਕਰਦੇ ਆ, ਉਹਨਾਂ ਨੂੰ ਕਿਉਂ ਰਿਫਿਊਜ਼ਲ ਮਿਲ ਰਹੀ? ਬਿਲਕੁਲ ਦੀਪਕ ਜੀ, ਜਦੋਂ ਰਿਫਿਊਜ਼ਲ ਦੀ ਗੱਲਬਾਤ ਐਟ ਪ੍ਰੈਜ਼ੈਂਟ ਅਸੀਂ ਅੱਜ ਦੇ ਮਾਹੌਲ ਦੇ ਵਿੱਚ ਕਰਦੇ ਪਏ ਹਾਂ, ਤਾਂ ਇਹਦੇ 'ਚ ਮੈਂ ਇੱਕ ਚੀਜ਼ ਸਟੂਡੈਂਟਸ ਨੂੰ ਫਸਟ ਆਫ ਆਲ ਕਲੀਅਰ ਕਰ ਦਿੰਦਾ ਕਿ ਜ਼ਿਆਦਾ ਰਿਫਿਊਜ਼ਲ ਦੇਖਣ ਦੇ ਨਾਲ ਜੋ ਸਟੂਡੈਂਟ ਇੱਕ ਇਹਦੀ ਇੰਟਰਪ੍ਰੀਟੇਸ਼ਨ ਕਰ ਰਿਹਾ ਕਿ ਕੈਨੇਡਾ ਹੁਣ ਵੀਜ਼ਾ ਨਹੀਂ ਦੇ ਰਿਹਾ ਜਾਂ ਕੈਨੇਡਾ ਨੈਗੇਟਿਵ ਹੋ ਚੁੱਕਾ ਇਸ ਚੀਜ਼ ਨੂੰ ਲੈ ਕੇ। ਇੱਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਹੈ। ਪ੍ਰੈਜ਼ੈਂਟਲੀ ਸਿਨੈਰੀਓ ਕੀ ਡਿਫਰੈਂਟ ਹੈ ਔਰ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਉਹ ਜ਼ਰੂਰੀ ਹੈ ਸਮਝਣਾ। ਨਾਰਮਲੀ ਜਦੋਂ 2019 ਤੱਕ ਐਪਲੀਕੇਸ਼ਨਸ ਲੱਗਦੀਆਂ ਸੀਗੀਆਂ ਤਾਂ 3 ਤੋਂ 4 ਇਨਟੇਕਸ ਦੇ ਵਿੱਚ ਡਿਵਾਈਡ ਹੁੰਦੀਆਂ ਸੀ ਕੈਨੇਡਾ 'ਚ, ਜਿਸ 'ਚ ਮੇਜਰਲੀ ਜਨਵਰੀ, ਮਈ ਐਂਡ ਸੈਪਟੈਂਬਰ ਸੀ। ਜਦੋਂ ਐਪਲੀਕੇਸ਼ਨਸ ਡਿਵਾਈਡਡ ਹੁੰਦੀਆਂ ਸੀ ਤਾਂ ਜਿਹੜਾ ਰਿਜ਼ਲਟ ਰੇਟ ਹੈ ਰਿਜੈਕਸ਼ਨ ਨੂੰ ਲੈ ਕੇ ਜਾਂ ਸਕਸੈਸ ਨੂੰ ਲੈ ਕੇ ਉਹ ਵੀ ਆਟੋਮੈਟਿਕਲੀ 3 ਇਨਟੇਕਸ 'ਚ ਡਿਵਾਈਡਡ ਹੁੰਦਾ ਸੀ, ਜਿਹਦੇ ਕਰਕੇ ਘੱਟ ਰਿਜੈਕਸ਼ਨਸ, ਘੱਟ ਵੀਜ਼ੇ ਜਾਂ ਉਹਨਾਂ ਦਾ ਨੰਬਰ ਜਿਹੜਾ ਅਕੋਰਡਿੰਗਲੀ ਰੇਸ਼ੋ 'ਚ ਸੈਟਲਡ ਰਹਿੰਦਾ ਸੀ। ਲਾਸਟ ਈਅਰ ਤੋਂ 2020 ਤੋਂ ਮੇ ਇਨਟੇਕ ਤੋਂ ਵੀ ਅਗਰ ਕਾਊਂਟ ਕਰੀਏ ਤਾਂ ਹੁਣ ਸੈਪਟੈਂਬਰ 20 ਤੱਕ ਆਲਮੋਸਟ ਐਪਲੀਕੇਸ਼ਨਸ ਡੈਫਰ ਹੁੰਦੀਆਂ ਆਈਆਂ ਜਾਂ ਫਰੈਸ਼ ਵੀ ਲੱਗੀਆਂ ਤਾਂ ਉਹਨਾਂ ਨੂੰ ਰਿਜ਼ਲਟ ਔਨ ਟਾਈਮ ਨਹੀਂ ਮਿਲੇ। ਉਹਦੇ ਕਰਕੇ ਕੀ ਹੋਇਆ ਕਿ ਬਲਕ ਦੇ ਵਿੱਚ ਐਪਲੀਕੇਸ਼ਨਸ ਇਕੱਠੀਆਂ ਹੁੰਦੀਆਂ ਗਈਆਂ, ਸਟਾਕ ਹੁੰਦੀਆਂ ਗਈਆਂ। ਜਦੋਂ ਉਹਨਾਂ ਦੇ ਉੱਤੇ ਰਿਜ਼ਲਟ ਆਉਣੇ ਸ਼ੁਰੂ ਹੋਏ, ਹਾਲ ਦੀ ਘੜੀ PPR ਰਿਲੀਜ਼ ਹੋਣੇ ਸਟਾਰਟ ਨਹੀਂ ਹੋਏ, ਬਟ ਜਿਹੜੇ ਰਿਜ਼ਲਟ ਆਉਣੇ ਸਟਾਰਟ ਹੋਏ ਉਹਦੇ 'ਚ ਰਿਫਿਊਜ਼ਲਸ ਜ਼ਿਆਦਾ ਦੇਖਣ ਦਾ ਇੱਕ ਕਾਰਨ ਇਹ ਹੈ ਕਿ ਪ੍ਰੈਜ਼ੈਂਟਲੀ ਬਲਕ ਜ਼ਿਆਦਾ ਸੀ ਤਾਂ ਉਹਦਾ ਜਿਹੜਾ ਇੱਕ ਅਦਰ ਐਸਪੈਕਟ ਹੈ, ਜਿਹਨੂੰ ਨੈਗੇਟਿਵ ਐਸਪੈਕਟ ਵੀ ਆਪਾਂ ਕਹਿੰਦੇ ਹਾਂ ਐਪਲੀਕੇਸ਼ਨ ਦਾ, ਰਿਫਿਊਜ਼ਲ ਉਹਨੂੰ ਕਹਿੰਦੇ ਆ, ਉਹ ਜ਼ਿਆਦਾ ਦੇਖਣ ਨੂੰ ਮਿਲਿਆ। ਬਟ ਇਹਦੇ ਨਾਲ ਪੋਜ਼ਿਟਿਵ ਐਸਪੈਕਟ PPR ਵੀ ਉਨਾ ਹੀ ਜ਼ਿਆਦਾ ਦੇਖਣ ਨੂੰ ਮਿਲੂਗਾ ਕਿਉਂਕਿ ਨੰਬਰ ਆਫ ਐਪਲੀਕੇਸ਼ਨ ਹਾਲੇ ਪੈਂਡਿੰਗ ਦੇ ਵਿੱਚ ਉਨੀਆਂ ਪਈਆਂ ਨੇ। ਹੁਣ ਗੱਲ ਆਉਂਦੀ ਹੈ ਕਿ ਕੈਨੇਡਾ ਨੂੰ ਲੈ ਕੇ ਜਦੋਂ ਆਪਾਂ ਪ੍ਰੋਫਾਈਲ ਦੀ ਅਪਰੂਵਲ ਨੂੰ ਲੈ ਕੇ, ਰਿਜੈਕਸ਼ਨ ਨੂੰ ਲੈ ਕੇ ਜਾਂ ਉਹਦੇ ਸਕਸੈਸ ਨੂੰ ਲੈ ਕੇ ਗੱਲ ਕਰੀਏ ਤਾਂ ਨਾਰਮਲੀ ਗੱਲਬਾਤ ਕੀਤੀ ਜਾਂਦੀ ਹੈ ਕਿ ਕੁਝ 4-5 ਪੈਰਾਮੀਟਰਸ ਨੂੰ ਲੈ ਕੇ, ਜਿਹਦੇ ਵਿੱਚ ਰੈਲੇਵੈਂਟ ਪ੍ਰੋਗਰਾਮ ਬਾਰੇ ਗੱਲ ਕਰਦੇ ਹਾਂ, ਆਪਾਂ ਅਪਗ੍ਰੇਡਡ ਪ੍ਰੋਗਰਾਮ ਬਾਰੇ ਗੱਲ ਕਰਦੇ ਹਾਂ, ਗੈਪ ਦੀ ਜਸਟੀਫਿਕੇਸ਼ਨ ਬਾਰੇ ਗੱਲ ਕਰਦੇ ਹਾਂ, ਉਸ ਤੋਂ ਬਾਅਦ ਆਪਾਂ SOP ਦੇ ਉੱਤੇ ਗੱਲਬਾਤ ਕਰਦੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਨਾਰਮਲੀ ਗੱਲ ਕਰਦੇ। ਹੁਣ ਇੱਕ ਸੈਗਮੈਂਟ ਹੈ ਦੀਪਕ ਜੀ, ਇੱਕ ਸੈਗਮੈਂਟ ਹੈ ਸਟੂਡੈਂਟ ਦਾ ਜਿਹਦਾ 62%, 64%, 65% ਓਵਰਆਲ ਹੈ, 6 ਈਚ ਹੈ, 6.5 not less than 6 है, 7 overall not less than 6.5 है। ਇਹ ਸਟੂਡੈਂਟ ਕੀ ਸੋਚਦਾ ਹੈ ਕਿ I am almost confirmed for the visa। ਓਕੇ, ਠੀਕ ਹੈ, ਕਨਫਰਮਡ ਵੀ ਹੈ ਕਿਉਂਕਿ ਪ੍ਰੋਫਾਈਲ ਬਹੁਤ ਅੱਛਾ ਹੈ, ਕਰੀਮ ਪ੍ਰੋਫਾਈਲ ਹੈ। ਓਬਵੀਅਸਲੀ ਇੰਟਰਨੈਸ਼ਨਲ ਇੱਦਾਂ ਦਾ ਸਟੂਡੈਂਟ ਹਰ ਇੱਕ ਕੰਟਰੀ ਨੂੰ ਚਾਹੀਦਾ ਹੈ। ਬਟ ਹੁਣ ਇਹਦੇ 'ਚ ਗਲਤੀ ਕੀ ਹੁੰਦੀ ਹੈ? ਇਹਦੇ 'ਚ ਮੋਸਟਲੀ ਗਲਤੀ ਸਟੂਡੈਂਟ ਕਿੱਥੇ ਕਰਦਾ ਹੈ? ਅਗਰ ਮੈਂ 80% ਵਾਲੇ ਸਟੂਡੈਂਟ ਨੂੰ ਇੱਕ ਵਾਰ ਬਾਹਰ ਰੱਖ ਰਿਹਾ, 60 ਵਾਲਾ ਜਿਹੜਾ ਬ੍ਰੈਕਟ ਹੈ ਨਾ, 60 to 65% ਵਾਲਾ, ਇਹਦੇ 'ਚ ਬਹੁਤ ਸਾਰਾ ਸਟੂਡੈਂਟ ਲਾਈ ਕਰਦਾ ਹੈ। ਹੁਣ ਅਗਰ ਇੱਕ ਸਟੂਡੈਂਟ ਦਾ 60% ਓਵਰਆਲ ਹੈ, 62% ਓਵਰਆਲ ਹੈ, ਬਟ ਉਹਦੇ ਮੇਜਰ ਸਬਜੈਕਟ ਜਿਹੜੇ ਆ, ਫੋਰ ਐਗਜ਼ਾਮਪਲ ਕਮਰਸ ਵਾਲਾ ਸਟੂਡੈਂਟ ਹੈ, ਉਹਨੇ ਪੜ੍ਹਿਆ ਅਕਾਊਂਟੈਂਸੀ, ਇਕਨੋਮਿਕਸ ਜਾਂ ਬਿਜ਼ਨਸ ਸਟੱਡੀਜ਼। ਹੁਣ ਉਹਦਾ 62% ਹੈ, 65% ਓਵਰਆਲ, ਉਹਦੇ ਨਾਲ ਉਹਦੇ ਐਡੀਸ਼ਨਲ ਸਬਜੈਕਟ ਵੀ ਨੇ, ਜਿਵੇਂ ਉਹਨੇ ਕੋਈ ਇੰਗਲਿਸ਼ ਪੜ੍ਹਿਆ, ਕਿਸੇ ਨੇ ਪੰਜਾਬੀ ਪੜ੍ਹਿਆ, ਕੁਝ ਕੰਪਿਊਟਰਸ ਪੜ੍ਹਿਆ, ਕੋਈ ਵੀ ਐਡੀਸ਼ਨਲ ਹੈ। ਇੱਕ ਸਬਜੈਕਟ ਦੇ ਵਿੱਚ ਉਹਦੇ ਨੰਬਰ ਘੱਟ ਹੈ, ਫੋਰ ਐਗਜ਼ਾਮਪਲ ਅਕਾਊਂਟਸ, ਉਹਦੇ ਨੰਬਰ ਹੈ ਜੀ 45%, 50%। ਬਾਕੀਆਂ ਦੇ ਵਿੱਚ ਕਿਸੇ 'ਚ ਹਾਇਰ ਸਾਈਡ ਹੈ ਜਾਂ ਜਿਹੜੇ ਉਹਦੇ ਅਦਰ ਮੇਜਰ ਸਬਜੈਕਟ ਉਹ C ਗ੍ਰੇਡ 'ਚ ਹੈ, ਜਿਹਦੇ ਨਾਲ ਉਹਦੀ ਓਵਰਆਲ ਪਰਸੈਂਟੇਜ ਤਾਂ ਦੇਖਣ ਨੂੰ ਹਾਈ ਲੱਗੀ। ਫਿਰ ਉਹਨੇ IELTS ਦਾ ਐਗਜ਼ਾਮ ਦਿੱਤਾ ਤਾਂ 6 ਈਚ ਲੈ ਲਿਆ, 6.5 not less than 6 ਲੈ ਲਿਆ। ਉਸ ਤੋਂ ਬਾਅਦ ਉਹਨੇ ਕਿਹਾ ਜੀ ਮੈਂ ਹੁਣ ਕਮਰਸ ਕੀਤੀ ਹੈ ਤੇ ਮੈਂ ਬਿਜ਼ਨਸ 'ਚ ਜਾਣਾ। ਹੁਣ ਬਿਜ਼ਨਸ ਪ੍ਰੋਗਰਾਮ ਨੋਮਨਕਲੇਚਰ ਲਈਏ ਤਾਂ ਰੈਲੇਵੈਂਟ ਹੈ, +2 ਤੋਂ ਬਾਅਦ ਡਿਪਲੋਮਾ ਲੈ ਰਿਹਾ, ਡਿਗਰੀ ਲੈ ਰਿਹਾ, ਅਪਗ੍ਰੇਡਡ ਹੈ, SOP ਲੈ ਰਿਹਾ, ਗੈਪ ਹੈ ਉਹਨੂੰ ਜਸਟੀਫਾਈ ਕਰ ਰਿਹਾ। ਬਟ ਹੁਣ ਗੱਲ ਗਲਤੀ ਕਿੱਥੇ ਹੁੰਦੀ ਹੈ ਕਿ ਬਿਜ਼ਨਸ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ, ਕੋਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ, ਕੋਈ ਮੈਨੇਜਮੈਂਟ ਦਾ, ਕੋਈ ਫਾਈਨੈਂਸ਼ੀਅਲ ਅਕਾਊਂਟਿੰਗ ਦਾ, ਕੋਈ ਮਾਰਕੀਟਿੰਗ ਦਾ, ਕੋਈ HR ਦਾ,
ਕੋਈ ਇੰਟਰਨੈਸ਼ਨਲ ਟ੍ਰੇਡ ਮੈਨੇਜਮੈਂਟ ਹੈ, ਈਵੈਂਟ ਮੈਨੇਜਮੈਂਟ ਦੇ ਵਿੱਚ ਆਉਂਦੇ। ਹੁਣ ਗੱਲ ਆਈ ਕਿ ਅਗਰ ਉਹ ਅਕਾਊਂਟਸ ਵਿੱਚ ਨੰਬਰ ਘੱਟ ਸੀ ਤੇ ਉਹਨੇ ਪ੍ਰੋਗਰਾਮ ਲੈ ਲਿਆ ਫਾਈਨੈਂਸ਼ੀਅਲ ਅਕਾਊਂਟਿੰਗ, ਸਿਰਫ ਇਹ ਦੇਖ ਕੇ ਕਿ ਮੇਰਾ ਓਵਰਆਲ ਚੰਗਾ ਹੈ, ਮੇਰਾ ਆਇਲਸ ਚੰਗਾ ਹੈ, ਤਾਂ ਉੱਥੇ ਉਹ ਬ੍ਰਾਈਟ ਪ੍ਰੋਫਾਈਲ ਜਿਹੜਾ ਹੈ ਉਹ ਰਿਜੈਕਟ ਹੋ ਗਿਆ। ਜਾਂ ਉਹਦਾ ਬਿਜ਼ਨਸ ਸਟੱਡੀਜ਼ 'ਚ ਘੱਟ ਸੀ ਤਾਂ ਉਹਨੇ ਬਿਜ਼ਨਸ ਮੈਨੇਜਮੈਂਟ ਲੈ ਲਿਆ, ਜਾਂ ਉਹਦਾ ਇਕਨੋਮਿਕਸ ਵੀਕ ਸੀਗਾ ਤਾਂ ਉਹਨੇ BSc ਇਕਨੋਮਿਕਸ ਲੈ ਲਈ, ਜਾਂ ਪਿਓਰਲੀ ਬੇਸਡ ਔਨ ਇਕਨੋਮਿਕ ਸਟਰਕਚਰ ਲੈ ਲਿਆ। ਸੋ ਰੈਲੇਵੈਂਟ ਹੋਣ ਦੇ ਨਾਲ ਨਾਲ ਸਟੂਡੈਂਟ ਨੂੰ ਆਪਣੇ ਕੋਰ ਮੋਡਿਊਲਸ, ਮੇਜਰ ਸਬਜੈਕਟਸ ਦੇ ਪਰਸੈਂਟੇਜ ਸਕੋਰਸ ਨੂੰ ਲੈ ਕੇ ਵੀ ਮੈਚ ਕਰਨਾ ਪ੍ਰੋਗਰਾਮ ਦੇ ਨਾਲ ਬਹੁਤ ਇੰਪੋਰਟੈਂਟ ਹੈ। ਇਹਦੀ ਅਗਰ ਅਦਰ ਸਾਈਡ ਦੇਖੀਏ, ਕਈ ਵਾਰ ਆਪਾਂ ਦੇਖਦੇ ਹਾਂ ਜੀ 6 ਓਵਰਆਲ ਇੱਕ 'ਚ 5.5 60% ਨੰਬਰ ਓਵਰਆਲ ਹੈ, 58% ਨੰਬਰ ਓਵਰਆਲ ਹੈ, ਉਹ ਫਾਈਲ ਅਪਰੂਵਡ ਹੈ। ਫਿਰ ਉਹ ਜਿਹਦਾ ਪ੍ਰੋਫਾਈਲ ਬ੍ਰਾਈਟ ਬਹੁਤ ਸੀ ਉਹਨੂੰ ਬਹੁਤ ਦੁੱਖ ਲੱਗਦਾ ਵੀ ਮੇਰਾ ਕਿਉਂ ਰਿਫਿਊਜ਼ ਹੋਇਆ, ਇੱਕ 'ਚ 5.5 ਵਾਲੇ ਦਾ ਵੀਜ਼ਾ ਕਿਉਂ ਆ ਗਿਆ। ਉੱਥੇ ਕੀ ਹੈ ਕਿ ਉਹ ਸਟੂਡੈਂਟ ਹੋ ਸਕਦਾ ਉਹਦਾ ਓਵਰਆਲ 60 ਹੋਵੇ, 59 ਹੋਵੇ, ਬਟ ਉਹਦਾ ਮੇਜਰ ਸਬਜੈਕਟ ਦਾ ਸਕੋਰ ਜਿਹੜਾ ਹੈ ਉਹ 60% ਈਚ ਹੈ ਜਾਂ 60% ਈਚ ਪਲੱਸ ਹੈ, ਐਡੀਸ਼ਨਲ ਸਬਜੈਕਟ ਉਹਦਾ ਵੀਕ ਸੀ। ਉਸ ਤੋਂ ਬਾਅਦ ਉਹਦੇ 6 ਓਵਰਆਲ ਲਿਆ, 6 ਈਚ ਲਿਆ, ਤਾਂ ਉਹਨੇ ਇੱਕ ਰੈਲੇਵੈਂਟ ਪ੍ਰੋਗਰਾਮ ਅਪਲਾਈ ਕੀਤਾ ਜਿਹੜਾ ਕਿ ਉਹਦੇ ਮੇਜਰ ਸਬਜੈਕਟਸ ਦੇ ਨਾਲ ਫੁੱਲੀ ਕੋਆਰਡੀਨੇਟਡ ਸੀ, ਤਾਂ ਉੱਥੇ ਉਹਨੂੰ ਵੀਜ਼ਾ ਮਿਲ ਗਿਆ। ਸੋ ਮੋਸਟਲੀ ਮੈਂ ਸਟੂਡੈਂਟਸ ਨੂੰ ਸੁਜੈਸਟ ਕਰਾਂਗਾ ਕਿ ਸਾਰੇ ਪੈਰਾਮੀਟਰਸ ਨੂੰ ਦੇਖੋ, ਬਟ ਆਪਣੇ ਮੇਜਰ ਸਬਜੈਕਟ ਦੇ ਸਕੋਰ ਨੂੰ ਲੈ ਕੇ ਪ੍ਰੋਗਰਾਮ ਦੇ ਨੋਮਨਕਲੇਚਰ ਔਰ ਉਸ ਪ੍ਰੋਗਰਾਮ ਦੇ ਕੋਰ ਮੋਡਿਊਲਸ ਨੂੰ ਜ਼ਰੂਰ ਕ੍ਰਾਸ ਚੈੱਕ ਕਰੋ ਅਪਲਾਈ ਕਰਨ ਲੱਗਿਆ ਜੀ। ਸੋ ਇਹ ਤਾਂ ਹੋਈ ਹਾਲ ਦੀ ਘੜੀ ਜਿਹੜੇ ਰਿਜੈਕਸ਼ਨਸ ਆ ਰਹੇ ਆ ਉਹ ਕਿਉਂ ਆ ਰਹੇ ਆ, ਹੁਣ ਫਿਊਚਰ 'ਚ ਤੁਸੀਂ ਕੀ ਟ੍ਰੈਂਡ ਦੇਖਦੇ ਹੋ? ਦੇਖੋ ਦੀਪਕ ਜੀ, ਐਟ ਪ੍ਰੈਜ਼ੈਂਟ ਅਗਰ ਗੱਲ ਕਰੀਏ ਤਾਂ ਹੁਣ ਰਿਜ਼ਲਟਸ ਜਿਹੜੇ ਤਾਂ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀ, ਰਿਜ਼ਲਟ ਆ ਹੀ ਨਹੀਂ ਰਹੇ ਸੀ, ਘੱਟੋ ਘੱਟ ਹੁਣ ਰਿਜ਼ਲਟ ਆਣੇ ਸਟਾਰਟ ਹੋਏ। ਬਟ ਇਹਦੇ ਨਾਲ ਨਾਲ ਹੁਣ ਸਿਰਫ PPR ਔਰ ਪਾਸਪੋਰਟ ਸਟੈਂਪਿੰਗ ਸਰਵਿਸਿਜ਼ ਹੈ। ਉਮੀਦ ਹੈ ਕਿ ਜੁਲਾਈ ਦੇ ਪਹਿਲੇ ਹਫਤਾ ਜਿਹੜਾ 7 ਦਿਨ ਤੋਂ 10 ਦਿਨ ਦਾ ਟਾਈਮ ਹੈ, ਇਹਦੇ ਵਿੱਚ ਬਹੁਤ ਅੱਛੇ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲਣਗੇ ਔਰ PPR ਦੀ ਜਿਹੜੀ ਪਾਸਪੋਰਟ ਦੀ ਸਟੈਂਪਿੰਗ ਹੈ ਉਹ ਵੀ ਸਰਵਿਸਿਜ਼ ਜਲਦ ਇਨੀਸ਼ੀਏਟ ਹੋ ਜਾਣਗੀਆਂ। ਸੋ ਹੋਪਫੁਲੀ ਕੈਨੇਡਾ ਦਾ ਉਹੀ ਪੋਜ਼ਿਟਿਵ ਟ੍ਰੈਂਡ, ਉਹੀ ਪੋਜ਼ਿਟਿਵ ਰਿਜ਼ਲਟਸ ਬਹੁਤ ਜਲਦ ਹੁਣ ਦੇਖਣ ਨੂੰ ਮਿਲਣਗੇ, ਕਿਉਂਕਿ 15 ਮਈ ਵਾਲੀਆਂ ਜਿਹੜੀਆਂ ਫਾਈਲਾਂ ਕੰਪਲੀਟ ਨੇ ਉਹਨਾਂ ਨੂੰ 6 ਅਗਸਤ ਤੱਕ ਰਿਜ਼ਲਟ ਆਉਣਾ ਹੈ, ਇਹ IRCC ਦੀ ਡੈਡਲਾਈਨ ਹੈ। ਸੋ ਦਿਸ ਮੀਨਸ ਕਿ ਪਹਿਲੇ ਹਫਤਾ 10 ਦਿਨ ਜੁਲਾਈ ਦਾ ਬਹੁਤ ਪੋਜ਼ਿਟਿਵ ਰਹਿਣ ਵਾਲਾ ਹੈ ਜੀ। ਸੋ ਦੋਸਤੋ, ਜਿਵੇਂ ਜਿਵੇਂ ਚੀਜ਼ਾਂ ਅਨਫੋਲਡ ਹੋਣਗੀਆਂ ਅਸੀਂ ਤੁਹਾਡੇ ਕੋਲ ਰੈਗੂਲਰਲੀ ਅਪਡੇਟਸ ਲੈ ਕੇ ਪਹੁੰਚਦੇ ਰਵਾਂਗੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।